हिता राम ने बनाई रचना सारी, आना जाना दुनिया दा। राम ने बनाई रचना सारी, आना जाना दुनिया दा। सीता राम ने बनाई रचना सारी, राम ने बनाई रचना सारी, आना जाना दुनिया दा। राम ने बनाई रचना सारी, आना जाना दुनिया दा। राम पज जन्म सिरात है, कहो कहाँ बार बार। समझत नह क्यों गवार, बिनसत न लगे बार। और ऐसा मंगात है, सगल परम डार दे। गोविंद को नाम ले, अंत बार संग तेरे। कि अंत बार संग तेरे। एक है एक जात है, बिखया बिख ज्यों विसार। प्रभ को जस किए तार, नानक जन कह पुकार। अवसर विघात है, कीता सुनिया नी जिंदड़िए मेरिए। बड़े बड़े तुर के दुनिया तो, सुनिया नी जिंदड़िए मेरिए। बड़े बड़े तुर के दुनिया तो। कई बड़े बड़े तुर के, बड़े बड़े तुर के दुनिया तो। सुनिया नी जिंदड़िए मेरी। बड़े बड़े तुर के दुनिया तो। बड़े जी तुर के दुनिया तो। बड़े बड़े जी तुर के दुनिया तो।
ਜਿੰਦੜੀਏ ਮੇਰੀਏ। ਕੀਤਾ ਸੁਣਿਆ ਨੀ ਜਿੰਦੜੀਏ ਮੇਰੀਏ। ਵੱਡੇ ਵੱਡੇ ਤੁਰ ਗਏ ਦੁਨੀਆ ਤੋਂ, ਵੱਡੇ ਵੱਡੇ ਤੁਰ ਗਏ ਦੁਨੀਆ। ਹਾਂਜੀ ਰਾਣਾ ਰਾਓ ਨਾ ਕੋਰਗ ਰੰਗ ਨਾ ਤੁੰਗ ਪੱਕੀ। ਵਾਰੀ ਆਪੋ ਆਪਣੀ ਕੋਏ ਨ ਬੰਦਾ ਤੀਰ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਸੜ ਜੀ, ਜੋ ਬਹੁਤ ਪ੍ਰੇਮ ਦੀ ਮੂਰਤ ਸਨ, ਜਿਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਆਉਣ ਤੇ, ਭੈਣਾਂ ਭਾਈਆਂ ਦੇ ਆਉਣ ਤੇ ਬੜਾ ਚਾਅ, ਬੜੀ ਖੁਸ਼ੀ ਹੋਇਆ ਕਰਦੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ, ਬੜਾ ਅੱਛਾ ਜੀਵਨ ਬਤੀਤ ਕੀਤਾ। ਸਾਧ ਸੰਗਤ ਅੱਜ ਆਪਾਂ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਇਕੱਤਰਿਤ ਹੋਣ ਦੇ ਵਾਸਤੇ ਇੱਥੇ ਆਪਣੇ ਨਗਰ ਬੁਰਜ ਲੱਟਾਂ ਗੁਰਦੁਆਰਾ ਸਾਹਿਬ ਵਿਖੇ ਇਕੱਤਰਿਤ ਹੋਏ ਹਾਂ। ਸਾਧ ਸੰਗਤ, ਪਿਤਾ ਦਾ ਵਿਛੋੜਾ ਸਾਨੂੰ ਇਹ ਗੱਲ ਜਚਾ ਜਾਂਦਾ ਹੈ ਕਿ ਪਿਤਾ ਨੇ ਸਾਡੇ ਵਾਸਤੇ ਕਿੰਨੀ ਸਟਰਗਲ ਕੀਤੀ ਹੁੰਦੀ ਹੈ, ਕਿੰਨੀ ਮਿਹਨਤ ਕੀਤੀ ਹੁੰਦੀ ਹੈ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ, ਜ਼ਿੰਦਗੀ ਦੇ ਵਿੱਚ ਬੱਚਿਆਂ ਨੂੰ ਕਾਮਯਾਬ ਕਰਨ ਵਾਸਤੇ ਉਹਨਾਂ ਨੇ ਕਿੰਨੀ ਜ਼ਿਆਦਾ ਮਿਹਨਤ ਕੀਤੀ ਹੁੰਦੀ ਹੈ। ਹੁਣ ਅਸੀਂ ਆਪਣੇ ਬੱਚਿਆਂ ਨੂੰ ਪਾਲ ਰਹੇ ਹਾਂ, ਸਾਨੂੰ ਪਤਾ ਹੈ ਅਸੀਂ ਕਿੰਨੀ ਮਿਹਨਤ ਕਰ ਰਹੇ ਹਾਂ। ਲਿਖਣ ਵਾਲਿਆਂ ਨੇ ਮਾਤਾ ਤੇ ਬੜੇ ਗੀਤ ਲਿਖ ਦਿੱਤੇ, ਬੜੀਆਂ ਕਵਿਤਾਵਾਂ ਲਿਖ ਦਿੱਤੀਆਂ ਕਿ ਮਾਂ ਦੇ ਉੱਤੇ ਪਰਮੇਸ਼ਰ ਦਾ ਦੂਸਰਾ ਰੂਪ ਹੈ, ਮਾਂ ਹੀ ਬੱਚੇ ਦੀ ਪਹਿਲੀ ਗੁਰੂ ਹੈ, ਪਰ ਕਿਤੇ ਵੀ ਪਿਤਾ ਦਾ ਜ਼ਿਕਰ ਨਹੀਂ ਆਇਆ। ਤੁਸੀਂ ਗ੍ਰੰਥ ਪੜ੍ਹ ਲਓ, ਪੋਥੀਆਂ ਪੜ੍ਹ ਲਓ, ਲੇਖਕਾਂ ਨੂੰ ਪੜ੍ਹ ਲਓ, 100 ਦੇ ਮਗਰ ਕਿਤੇ ਕਿਤੇ ਇੱਕ ਜਗ੍ਹਾ ਤੇ ਆਵੇਗਾ ਕਿ ਪਿਤਾ ਚੰਗਾ ਹੈ। ਕਿਤੇ ਕਹਿਣਗੇ ਪਿਤਾ ਨੇ ਗੁਰੂ ਨਾਨਕ ਦੇ ਮੁਖ ਤੇ ਚਪੇੜਾਂ ਮਾਰਤੀਆਂ, ਪਿਤਾ ਦਾ ਸੁਭਾਅ ਬੜਾ ਸਖਤ ਹੁੰਦਾ ਹੈ, ਪਿਤਾ ਹਰ ਇੱਕ ਕੰਮ ਤੋਂ ਰੋਕ ਦਿੰਦਾ ਹੈ, ਮਾਤਾ ਨਹੀਂ ਰੋਕਦੀ। ਪਿਤਾ ਤੋਂ ਖਰਚਾ ਮੰਗੀਏ ਨਹੀਂ ਮਿਲਦਾ, ਮਾਤਾ ਦੇ ਦਿੰਦੀ ਹੈ। ਜੇ ਪਿਤਾ ਹੀ ਨਹੀਂ ਦੇਵੇਗਾ ਤਾਂ ਮਾਤਾ ਕਿੱਥੋਂ ਦੇ ਦੇਵੇਗੀ। ਸਾਧ ਸੰਗਤ, ਮਾਤਾ ਦਾ ਸਤਿਕਾਰ ਵੀ ਪਿਤਾ ਦੇ ਕਰਕੇ ਹੀ ਹੈ। ਤੁਸੀਂ ਰਾਗ ਸ਼੍ਰੀ ਰਾਗ ਪੜ੍ਹਦੇ ਹੋ, ਤੁਹਾਨੂੰ ਇੱਕ ਪੰਕਤੀ ਦਾ ਜ਼ਿਕਰ ਅਸੀਂ ਕਰੀਏ ਔਰ ਤੁਹਾਡੀ ਨੌਲੇਜ ਦੇ ਵਿੱਚ ਆ ਜਾਵੇ। ਬਾਣੀ ਕਹਿੰਦੀ ਤਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਸਾਧ ਸੰਗਤ ਉਤਨੀ ਦੇਰ ਹੀ, ਇਹਦੇ ਦੋ ਅਰਥ ਭਾਵ ਅਸੀਂ ਤੁਹਾਨੂੰ ਸੌਖੇ ਹੀ ਦੱਸ ਦਿੰਦੇ ਹਾਂ। ਸਰੀਰ ਦੀ ਕਦਰ ਉਨੀ ਦੇਰ ਹੈ ਜਿੰਨੀ ਦੇਰ ਤੱਕ ਆਤਮਾ ਹੈ। ਜਦੋਂ ਆਤਮਾ ਉਡਾਰੀ ਮਾਰ ਜਾਂਦੀ ਹੈ, ਸਰੀਰ ਨੂੰ ਚੁੱਕ ਕੇ ਦਾਹ ਸੰਸਕਾਰ ਕਰ ਦਿੱਤਾ ਜਾਂਦਾ ਹੈ। ਪਤਨੀ ਦੀ ਕਦਰ ਉਦੋਂ ਤੱਕ ਹੈ ਜਿੰਨੀ ਦੇਰ ਪਤੀ ਜਿਉਂਦਾ ਹੈ, ਪਤੀ ਦੀ ਕਦਰ ਉਨੀ ਦੇਰ ਹੈ ਜਿੰਨੀ ਦੇਰ ਤੱਕ ਪਤਨੀ ਜਿਉਂਦੀ ਹੈ। ਬੱਚੇ ਜਿਤਨਾ ਮਰਜੀ ਪ੍ਰੇਮ ਕਰਨ, ਜਿਤਨਾ ਮਰਜੀ ਸਤਿਕਾਰ ਕਰਨ,
ਪਰ ਜਿਹੜਾ ਦੁੱਖ ਦਰਦ ਜੀਵਨ ਸਾਥੀ ਦੇ ਨਾਲ ਵੰਡਾਇਆ ਜਾ ਸਕਦਾ ਹੈ, ਉਹ ਹੋਰ ਕਿਸੇ ਤੀਸਰੇ ਦੇ ਨਾਲ ਨਹੀਂ ਵੰਡਾਇਆ ਜਾ ਸਕਦਾ। ਜਿਹੜਾ ਦਰਦ ਪਤੀ ਨੇ ਪਤਨੀ ਨੂੰ ਦੱਸਣਾ, ਪਤਨੀ ਨੇ ਪਤੀ ਨੂੰ ਦੱਸਣਾ ਹੈ। ਸਾਧ ਸੰਗਤ ਤੋਂ ਦਰਦ ਕਿਸੇ ਅੱਗੇ ਫੋਲਿਆ ਨਹੀਂ ਜਾ ਸਕਦਾ, ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ, ਕਿਹਾ ਨਹੀਂ ਜਾ ਸਕਦਾ। ਇਹ ਤਾਂ ਸਾਧ ਸੰਗਤ ਜਦੋਂ ਭੌਰ ਉਡਾਰੀ ਮਾਰਦਾ ਹੈ, ਸਰੀਰ ਨੂੰ ਕਹਿ ਦਿੰਦੇ ਨੇ ਹੁਣੇ ਮਿੱਟੀ ਦੀ ਢੇਰੀ ਹੋ ਗਿਆ। ਸਾਧ ਸੰਗਤ ਮਹਾਂਪੁਰਖ ਕਹਿੰਦੇ ਹੁੰਦੇ ਨੇ ਅਤਿਅੰਤ ਪ੍ਰੇਮ ਵਾਲੇ, ਫਿਰ ਦੇਖੀ ਕੀ ਕਰਦੀ ਹੈ। ਦੇਖੀ ਨੇ ਤਾਕਾਂ ਮਾਰੀਆਂ, ਦੇਖੀ ਨੇ ਤਾਕਾਂ ਮਾਰੀਆਂ, ਦੇਖੀ ਨੇ ਤਾਕਾਂ ਮਾਰੀਆਂ, ਦੇਖੀ ਤਾਕਾਂ ਮਾਰਦੀ। ਜਾਨੀ ਤੁਰ ਗਏ ਨੇ ਦਿਲਾਂ ਦੇ ਦੇਗੀ ਤਾਹਾਂ ਤਾਹਾਂ ਮਾਰਦੀ। ਤੁਰ ਗਏ ਨੇ ਦਿਲਾਂ ਦੇ ਦੇਗੀ ਤਾਹਾਂ ਹੀ ਤਾਹਾਂ ਮਾਰਦੀ। ਜਾਨੀ ਤੁਰ ਗਏ ਨੇ ਦਿਲਾਂ ਦੇ ਦੇਗੀ ਤਾਹਾਂ ਤਾਹਾਂ ਮਾਰਦੀ। ਜਾਨੀ ਤੁਰ ਕੇ ਦਿਲਾਂ ਤੇ ਦੇਗੀ ਤਾਹਾਂ ਤਾਹਾਂ ਮਾਰਦੀ। ਤੁਰ ਕੇ ਦਿਲਾਂ ਤੇ ਦੇਗੀ ਤਾਹਾਂ ਤਾਹਾਂ ਮਾਰਦੀ। ਜਿੰਨੀ ਦੇਰ ਤੱਕ ਸਾਡੇ ਪਾਸ ਸਰੀਰ ਹੁੰਦਾ ਹੈ, ਸਾਨੂੰ ਮਾਣ ਵੀ ਹੈ, ਹੰਕਾਰ ਵੀ ਹੈ, ਕ੍ਰੋਧ ਵੀ ਹੈ। ਸਾਧ ਸੰਗਤ ਪਰ ਜਦ ਕਿ ਸਾਨੂੰ ਇਹ ਗਿਆਨ ਦੇ ਕੇ ਭੇਜਿਆ ਹੈ, ਐ ਜੀਵ ਤੂੰ ਸੰਸਾਰ ਤੇ ਜਾ, ਅਤਿਅੰਤ ਨਿਮਰਤਾ ਰੱਖੀ, ਅਤਿਅੰਤ ਪ੍ਰੇਮ ਰੱਖੀ। ਸੰਸਾਰ ਤੇ ਭੇਜਣ ਦਾ ਇੱਕੋ ਇੱਕ ਪ੍ਰਯੋਜਨ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ, ਤੂੰ ਮੂਲ ਪਛਾਣਨ ਵਾਸਤੇ ਸੰਸਾਰ ਤੇ ਜਾਣਾ ਹੈ। ਪਰ ਇਹ ਜੀਵ ਮੂਲ ਕਿੱਥੇ ਪਹਿਚਾਣਦਾ ਹੈ? ਇਹਨੂੰ ਹੰਕਾਰ ਵੱਲੋਂ ਵੇਲ ਮਿਲੇ ਤਾਂ ਇਹ ਪਹਿਚਾਣੇ, ਕ੍ਰੋਧ ਵੱਲੋਂ ਇਹਨੂੰ ਵੇਲ ਮਿਲੇ ਤਾਂ ਇਹ ਆਪਣਾ ਮੂਲ ਪਹਿਚਾਣੇ। ਜੋ ਕੰਮ ਕਰਦਾ ਮੈਂ ਕੀਤਾ, ਦਾਨ ਕੀਤਾ ਮੈਂ ਕੀਤਾ, ਮੇਰੇ ਬਿਨਾਂ ਧਾਰਮਿਕ ਕਾਰਜ ਨਹੀਂ ਹੋ ਸਕਦੇ, ਮੇਰੇ ਬਿਨਾਂ ਸੇਵਾ ਨਹੀਂ ਹੋ ਸਕਦੀ। ਇਹ ਬੰਦਾ ਮਾਣ ਬੜਾ ਕਰੀ ਫਿਰਦਾ ਹੈ, ਜਦ ਕਿ ਗੁਰਬਾਣੀ ਨੇ ਕਹਿਣਾ ਕੀਤਾ ਮਾਨ ਮੁਨੀ ਮਨਵਰ ਗਲੇ, ਮਾਣ ਸਭੈ ਕੋ ਖਾਏ। ਮਾਣ ਤਾਂ ਛੱਡਦਾ ਹੀ ਨਹੀਂ, ਇਹ ਤੇ ਵੱਡੇ ਵੱਡਿਆਂ ਨੂੰ ਖਾ ਜਾਂਦਾ ਹੈ। ਅੱਜ ਸਾਧ ਸੰਗਤ ਭਗਤ ਨਾਮਦੇਵ ਜੀ ਆਪਣੇ ਅਸਥਾਨ ਤੇ ਆਪਣੀ ਕੁਟੀਆ ਨੂੰ ਕਲੋਜ਼ ਕਰਕੇ, ਬੰਦ ਕਰਕੇ, ਸਾਂਭ ਸੰਭਾਲ ਕਰਕੇ ਕਿਤੇ ਯਾਤਰਾ ਨੂੰ ਚਲੇ ਗਏ। ਸਾਧੂ ਸੰਤ ਯਾਤਰਾ ਨੂੰ ਆਪ ਵੀ ਜਾਂਦੇ ਹਨ, ਸੰਗਤਾਂ ਨੂੰ ਵੀ ਲੈ ਕੇ ਜਾਂਦੇ ਹਨ। ਯਾਤਰਾ ਤੇ ਜਾਣ ਦਾ ਇੱਕ ਪ੍ਰਯੋਜਨ ਹੋਇਆ ਕਰਦਾ ਹੈ, ਇੱਥੇ ਬਿਠਾ ਦੇ ਬਾਬਾ ਜੀ ਨੇ ਇੱਧਰ। ਇੱਕ ਪ੍ਰਯੋਜਨ ਹੋਇਆ ਕਰਦਾ ਹੈ ਸਾਧ ਸੰਗਤ। ਉਹ ਪ੍ਰਯੋਜਨ ਕੀ ਹੈ? ਉੱਥੇ ਕੋਈ ਰੱਬ ਰੰਗੀ ਰੂਹ ਦਾ ਦੀਦਾਰ ਹੋਏਗਾ,
ਪ੍ਰੇਮ ਵਾਲਿਆਂ ਦਾ ਦੀਦਾਰ ਹੋਏਗਾ, ਬੰਦਗੀ ਵਾਲਿਆਂ ਦਾ ਦੀਦਾਰ ਹੋਏਗਾ, ਜਿਨ੍ਹਾਂ ਨੂੰ ਮਿਲਣ ਦੇ ਨਾਲ ਸਾਡਾ ਆਇਆ ਸਫਲਾ ਹੋ ਜਾਏਗਾ। ਇਹ ਪ੍ਰਯੋਜਨ ਹੋਇਆ ਕਰਦਾ ਹੈ ਸਾਧ ਸੰਗਤ। ਹੁਣ ਇਹ ਚਲੇ ਗਏ ਯਾਤਰਾ ਤੇ। ਇਹਨਾਂ ਦੇ ਨਾਲ ਲੱਗਦੀ ਜਿਹੜੀ ਥਾਂ ਸੀ, ਜਗ੍ਹਾ ਸੀ, ਜ਼ਮੀਨ ਸੀ, ਇੱਕ ਬੜੇ ਤਕੜੇ ਜ਼ਗੀਰਦਾਰ ਨੇ ਉਹ ਜਗ੍ਹਾ ਖਰੀਦ ਲਈ, ਜਾਂ ਕਹਿ ਲਓ ਕਬਜ਼ਾ ਕਰ ਲਿਆ। ਅੱਜ ਨਿਉਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਨਿਉਆਂ ਭਰਨ ਲੱਗੇ, ਭਗਤ ਜੀ ਦੀ ਕੁਟੀਆ ਇੱਦਾਂ ਵਿਚਕਾਰ ਆ ਰਹੀ ਹੈ। ਮਿਸਤਰੀ ਸ਼ਾਹੂਕਾਰ ਨੂੰ ਕਹਿਣ ਲੱਗੇ, ਸ਼ਾਹੂਕਾਰ ਸਾਹਿਬ, ਇਸ ਜਗ੍ਹਾ ਤੋਂ ਤੁਹਾਡੀ ਕੋਠੀ, ਤੁਹਾਡੇ ਬੰਗਲੇ ਨੂੰ ਟੇਢ ਪੈ ਰਹੀ ਹੈ, ਰੁਕਾਵਟ ਆ ਰਹੀ ਹੈ, ਇੱਥੋਂ ਕੰਧ ਸਾਨੂੰ ਟੇਢੀ ਕਰਨੀ ਪਏਗੀ। ਇੱਧਰੋਂ ਨਿਉ ਜਿਹੜੀ ਅਸੀਂ ਭਰ ਰਹੇ ਹਾਂ ਨਾ, ਗੁਣੀਏ 'ਚ ਨਹੀਂ, ਸਿੱਧੀ ਨਹੀਂ ਕੀਤੀ ਜਾ ਸਕਦੀ। ਕਹਿੰਦਾ ਕਿਉਂ? ਕਹਿੰਦੇ ਜੀ ਇੱਥੇ ਕਿਸੇ ਫਕੀਰ ਦੀ ਕੁਟੀਆ ਹੈ, ਫਕੀਰ ਦੀ ਕੁਟੀਆ ਹੈ, ਤਾਂ ਕਰਕੇ ਇੱਥੇ ਬਿਲਕੁਲ ਸਿੱਧੀ ਕੰਧ ਨਹੀਂ ਹੋ ਸਕਦੀ। ਸਾਧ ਸੰਗਤ ਤੋਂ ਹੰਕਾਰੀ ਬੰਦਾ ਕੀ ਕਹਿੰਦਾ? ਸਾਧਾਂ ਨੂੰ ਕੌਣ ਪੁੱਛਦਾ ਹੁੰਦਾ ਹੈ? ਚੱਕ ਦਿਓ ਸਾਧ ਦੀ ਕੁਟੀਆ। ਆਪਣਾ ਮਹਿਲ ਸਹੀ ਬਣਨਾ ਚਾਹੀਦਾ। ਆਪਣੇ ਮਹਿਲ ਬਣਨ ਦੇ ਵਿੱਚ ਕੋਈ ਰੁਕਾਵਟ ਨਹੀਂ ਪੈਣੀ ਚਾਹੀਦੀ। ਸਾਧੂ ਸੰਤਾਂ ਨੂੰ ਕੌਣ ਪੁੱਛਦਾ ਹੈ? ਚੱਕ ਦਿਓ ਸਾਧ ਦੀ ਕੁਟੀਆ। ਓਹੋ, ਬੜੇ ਬਾਬਾ ਜੀ ਰਾੜਾ ਸਾਹਿਬ ਵਾਲੇ ਕੀ ਕਹਿੰਦੇ ਹੁੰਦੇ ਸੀ? ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਬੁਰਾ ਨੂੰ ਨਾ ਪਾਵੇ ਬੰਦਿਆ, ਤੇਰਾ ਮਾਣ ਜੀ। ਹਾਂਜੀ, ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਬੁਰਾ ਨੂੰ ਨਾ ਪਾਵੇ ਬੰਦਿਆ, ਤੇਰਾ ਮਾਣ ਜੀ। ਸਾਧ ਸੰਗਤ, ਪਰ ਉੱਥੇ ਉਹਨੂੰ ਤਾਂ ਪਤਾ ਹੀ ਨਹੀਂ ਕਿ ਮਹਾਂਪੁਰਸ਼ਾਂ ਦਾ ਸਤਿਕਾਰ ਕੀ ਹੁੰਦਾ ਹੈ, ਬੰਦਗੀ ਵਾਲਿਆਂ ਦਾ ਸਤਿਕਾਰ ਕੀ ਹੁੰਦਾ। ਉਹਨੇ ਕੁੱਲੀ ਢਾਹ ਦਿੱਤੀ। ਭਗਤ ਨਾਮਦੇਵ ਜੀ ਦੀ ਕੁਟੀਆ ਢਾਹ ਦਿੱਤੀ, ਆਪਣਾ ਮਹਿਲ ਬਣਾ ਲਿਆ। ਕਾਫੀ ਸਮੇਂ ਬਾਅਦ 2 3 4 5 ਮਹੀਨੇ ਬਾਅਦ ਭਗਤ ਜੀ ਮਹਾਰਾਜ ਯਾਤਰਾ ਕਰਕੇ ਵਾਪਸ ਆ ਰਹੇ ਹਨ। ਜਦੋਂ ਭਗਤ ਜੀ ਮਹਾਰਾਜ ਵਾਪਸ ਆਏ, ਦੂਰੋਂ ਦੇਖਦੇ ਨੇ, ਸਾਧ ਸੰਗਤ ਦੇਖਿਆ ਇੱਥੇ ਤਾਂ ਮੇਰੀ ਕੁਟੀਆ ਹੋਇਆ ਕਰਦੀ ਸੀ, ਔਰ ਜੋ ਸਾਹਮਣੇ ਦਿਖ ਰਿਹਾ ਇਤਨਾ ਵੱਡਾ ਮਹਿਲ, ਇੱਥੇ ਤਾਂ ਮੇਰੀ ਕੁਟੀਆ ਹੁੰਦੀ ਸੀ। ਨਾਲੇ ਰੱਬ ਰੱਬ ਕਰਦੇ ਆ ਰਹੇ ਹਨ, ਨਾਲੇ ਮਨ ਦੇ ਨਾਲ ਗੱਲਾਂ ਕਰਦੇ ਆ ਰਹੇ ਹਨ। ਐ ਮੇਰਿਆ ਮਨਾ, ਉੱਕੀ ਨੇ ਮੰਦਿਰ ਬਣਾ ਲੇ ਉੱਚੇ ਆਪਦੇ, ਢਾ ਕੇ ਮੇਰੀ ਰਾਮ ਕੁਟੀਆ। ਮੰਦਿਰ ਬਣਾ ਲੇ ਕੀਨੇ ਆਪਦੇ, ਢਾ ਕੇ ਰਾਮ ਕੁਟੀਆ। ਕੀਨੇ ਮੰਦਿਰ ਬਣਾ ਲੇ ਉੱਚੇ ਆਪਦੇ,
कीने मंदिर बना ले आप दे, कीने मंदिर बना ले उच्चे आप दे। जप लो सारे वाके गुरु कीने मंदिर बना ले आप दे, कीने मंदिर बना ले उच्चे आप दे। ताके मेरी राम कुटिया गहरी करके नींव खुदाई, ऊपर मंडप छाए, मार कंडे ते को अधिकाई। को अधिकाई तर मुंड बिलाए, हमरो करता राम चलेगी। काके ने नर गर्भ कर तुका, बिन सजाए झूठी देगी, मेरी मेरी कैरों करते। मेरी मेरी कैरों करते, दुर्योधन से आई, 12 योजन छतर चले था। छतर चले था, देगी गिरजन खाई, सर्व सोन की लंका होती। सर्व सोन की लंका गोती, रावण से अधिकाई, कगा पयो दर बांधे गाठी। कहाँ पयो दर बांधे गाठी, इनमें पई पराई, दुर्वासा स्यों करत ठगौरी, दुर्वासा स्यों करत ठगौरी। यादव ये फल पाए, कृपा करी जन अपने ऊपर। कृपा करी जन अपने ऊपर, नाम जो हर गुण गाए, गहरी करके नींव खुदाई। साध संगत इस तरह ਜਦੋਂ ਨਾਮਦੇਵ ਜੀ ਨੇ ਆਉਂਦਿਆਂ ਨੇ ਵੇਖਿਆ ਕਿ ਮੇਰੀ ਤਾਂ ਕੁਟੀਆ ਹੀ ਹੈ ਨਹੀਂ ਉੱਥੇ,
और सामने जो दिख रेखा है बड़ा तकड़ा बड़ा उच्चा महल दिख रेखा है। मेरी कुटिया कित्थे चली गई? जदों भगत नामदेव जी कोल आए, बड़ियां उच्चियां जिहियां पौड़ियां चढ़दियां सी महल विच वड़न वास्ते। और सामने शाहूकार खड़ा है, ढाकां ते हथ रखिया, आवाज़ दे के पुछदा, ओ साधा कौन है तू? भगत नामदेव जी दे दोनों हथ जोड़े ने, परमेश्वर की रज़ा विच हन, उहदी मौज विच हन। दोनों हथ जोड़ के कहते, आजी गहरी करके नींव खुदाई, ऊपर मंडप छाए। किरपा करके मैनू दसो, बड़ियां आ डूंघियां डूंघियां तुसी फाउंडेशन नीहां पट के बड़ा तकड़ा महल तैयार कर लिया, कादे वास्ते तैयार किया है? थोनू पता, आओ कॉर्नर दे विच मेरी कुटिया होया करदी सी, ये मेरी कुटिया ढा दिती तुसी? वो कहंदा, हाँ बाबा मैं ढाही है तेरी कुटिया, दस तू की कहना चाहुंदा है? कहंदा जी मेरी कुटिया मैनू वापस कर दिओ, मैं उत्थे बह के रब रब करिया करांगा। असी विचार की प्रारंभता कीती है कि ये जीव संसार ते आया सी, मन तू जोत स्वरूप है, अपना मूल पहचानन वास्ते। क्या तू संसार ते आया है? जिस वाहिगुरु तो विछड़ के आया है उहदे नाल तेरा मिलाप हो जावे। पर इस जीव नूं जे हंकार तो वेल मिलेगी, क्रोध तो वेल मिलेगी, लालच तो वेल मिलेगी, तां रब बारे सोचेगा। ਇਹਦੇ ਕੋਲ टाइम ही नहीं रब बारे सोचण वास्ते। पहला लोग 2 वजे 4 वजे उठते होंगे, हुण असीं देखदे हां तुहाडे घरां 'च जवाक 9-9 10-10 वजे तक नहीं सुते पए उठदे। ਐਤਵਾਰ आउण दी देरी है, सुते रहंदे हो तुसीं, उठाउंदे उठदे ही नहीं। हुण तुसीं उठाउणों ही हट गए भी इहने किहड़ा उठना। साध संगत तो समा होया करदा जदों लोग बंदगी विच लीन होया करदे। कहंदा भी मेरी इत्थे कुटिया बना दे, मैं नाम जपां भगती करां, कखां कानियां दी कुल्ली ठीक है मैनू। कहंदा मेरे तो नहीं बनदी तेरी कुटिया, तैनूं पता नहीं मैं किड्डा वड्डा महल तैयार किया, लखां करोड़ां रुपया खर्चता। साध संगत फिर नामदेव जी उन्होंने ज्ञान कराउंदे ने। कहंदे तू माण करदा है महल दा, गहरी करके नींव खुदाई, ऊपर मंडप छाए, मार कंडे ते को अधिकाई, जिन तृण धर मूंड बुलाए। कहंदे तू माण कर रहा है कि मैं बहुत तकड़ा आपदा महल तैयार कर लिया, तैनू पता नहीं इस संसार थे ऐसे ऐसे लोग, ऐसे ऐसे साधु आके चले गए। जिहड़ा मारकंडा ऋषि सी ना, मारकंडा 65,000 साल की उम्र सी उसकी उदों, जदों की गल भगत नामदेव महाराज गुरु ग्रंथ साहब दे 692 नंबर अंग ते करते ने। कहंदे उस वेले कहंदे भाई एक ऋषि सी, उहदा नाम सी मारकंडा। बाबा जी धारना पढ़ते हुंदे सी अपने राड़ा साहब वाले। मारकंडे ने तपस्या कीती, छपरी च दिन कट ले। कहंदे मारकंडा ऋषि उदों पता सी लख साल दा हो के मरना, उन्हों पता सी भी लख साल दा तां होना ही होना। हुण तां आपां नूं पता नहीं ना है, हुण नहीं आपां नूं पता भी किदण मर जाना, किदण संसार तो चले जाना। किन्ने लोकां नूं तुसीं वेखदे हो पए, तुसीं कहंदे हो जी रात तां मिल के आए सी, हजे रात तां साडे नाल गल्लां कीतीआं, कल तां हर एक कहंदा कल मैनू इत्थे मिलिया, कल मैनू उत्थे मिलिया, अज किवें चढ़ाई कर गया। किसे नूं कहंदे हो तां नौजवान बच्चा सी, हजे तां जाण दा टाइम ही नहीं सी इहदा, ये किवें चढ़ाई कर गया। पर साध संगत सानू कहना चाहिदा
ਆਪਾਂ ਮਹਿਮਾਨ ਜਿੰਦੜੀਏ, ਘੜੀ ਦੋ ਘੜੀ ਦੇ ਵਗਦੀਆਂ ਨੇ ਤੇਜ ਹਵਾਵਾਂ, ਪੱਤੇ ਨੇ ਝੜੀਂਦੇ, ਦੁੱਧ ਪੁੱਤ ਵੇਖ ਵਿਗਾਨੇ, ਹੌਂਕੇ ਨਹੀਂ ਭਰੀਂਦੇ। ਵੇਖੇ ਮੈਂ ਬੜੇ ਸਿਕੰਦਰ, ਸਾਧ ਸੰਗਤ ਜਿਹੜੇ ਕਹਿੰਦੇ ਸੀ ਸਿਕੰਦਰ ਦੀ ਮਾਂ ਇਕੱਠਾ ਕਰਦੀ ਵਿਹੜੇ ਨੂੰ, ਚਲੋ ਸਈਓ ਨੀ ਰੋਵਣ ਚੱਲੀਏ ਪੁੱਤ ਸਿਕੰਦਰ ਮੇਰੇ ਨੂੰ। ਕਬਰਾਂ ਵਿੱਚੋਂ ਆਉਣ ਆਵਾਜ਼ਾਂ, ਮਾਂ ਛੱਡ ਦੇ ਝਗੜੇ ਝੇੜੇ ਨੂੰ, ਇੱਥੋਂ ਸਿਕੰਦਰ ਲੱਖਾਂ ਹੀ ਤੁਰ ਗਏ, ਤੂੰ ਰੋਵੇਂ ਕਿਹੜੇ ਕਿਹੜੇ ਨੂੰ। ਵਿਦਵਾਨ ਕਹਿੰਦਾ ਵੇਖੇ ਮੈਂ ਬੜੇ ਸਿਕੰਦਰ, ਖਾਲੀ ਹੱਥ ਸੜੀਂਦੇ, ਆਪਾਂ ਮਹਿਮਾਨ ਜਿੰਦੜੀਏ, ਘੜੀ ਦੋ ਘੜੀ ਦੇ। ਅਸੀਂ ਤਾਂ ਮਾਣ ਕਰਦੇ ਆ, ਕਾਹਦਾ ਮਾਣ ਕਰਨਾ ਸਾਧ ਸੰਗਤ। ਇੱਥੋਂ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਸਵੇਰ ਨੂੰ ਗੱਲਾਂ ਹੁੰਦੀਆਂ ਕਿ ਭਾਈ ਕੱਲ ਮਿਲ ਕੇ ਆਏ ਆ, ਚੰਗਾ ਭਲਾ ਸੀ, ਬਿਲਕੁਲ ਠੀਕ ਸੀ, ਇਹ ਚੜ੍ਹਾਈ ਕਿਵੇਂ ਕਰ ਗਿਆ। ਹੁਣ ਸਮਝਾ ਰਹੇ ਹਨ ਭਗਤ ਜੀ ਮਹਾਰਾਜ, ਕਹਿੰਦੇ ਭਾਈ ਮਾਰ ਕੰਡੇ ਨੂੰ ਪਤਾ ਸੀ ਲੱਖ ਸਾਲ ਦੀ ਉਮਰ ਮੇਰੀ ਹੋਣੀ ਹੈ, ਲੱਖ ਸਾਲ ਤੋਂ ਬਾਅਦ ਵਿੱਚ ਫਿਰ ਮੈਂ ਮਰਨਾ ਹੈ। ਪਰ ਉਹਨੇ ਕੱਖਾਂ ਕਾਨਿਆਂ ਦੀ ਛੱਪਰੀ ਬਣਾਈ ਹੋਈ ਸੀ, ਉਹਦੇ ਵਿੱਚ ਰਹਿੰਦਾ ਸੀ, ਨਾਮ ਜਪਦਾ ਸੀ ਔਰ ਕਹਿੰਦਾ ਹੁੰਦਾ ਸੀ ਓਹੋ, ਜਿੱਥੇ ਬੈਠ ਕੇ ਗਰੀ ਦੇ ਗੁਣ ਗਾਵਾਂ, ਜਿੱਥੇ ਬੈਠ ਕੇ ਗਰੀ ਦੇ ਗੁਣ ਗਾਵਾਂ, ਬੈਠ ਗਰੀ ਦੇ ਗੁਣ ਗਾਵਾਂ, ਬੈਠ ਗਰੀ ਦੇ ਗੁਣ ਗਾਵਾਂ, ਬੈਠ ਗਰੀ ਦੇ ਹਾਂਜੀ ਬੈਠ ਗਰੀ ਦੇ ਗੁਣ ਬੋਲਿਆ ਕਰੋ। ਬੈਠ ਕੇ ਗਰੀ ਦੇ ਗੁਣ ਗਾਵਾਂ, ਪਾਗਾਂ ਵਾਲੀ ਰਾਮ ਕੁਟੀਆ, ਬੈਠ ਗਰੀ ਦੇ ਗੁਣ ਗਾਵਾਂ, ਪਾਗਾਂ ਵਾਲੀ ਰਾਮ ਕੁਟੀਆ। ਕਹਿੰਦਾ ਹੁੰਦਾ ਸੀ ਕਿ ਮੈਂ ਜਿੱਥੇ ਬਹਿ ਕੇ ਰੱਬ ਦੇ ਗੁਣ ਗਾਉਣਾ, ਕੁਟੀਆ ਕਰਮਾਂ ਵਾਲੀ ਹੈ, ਮੈਨੂੰ ਕੁਟੀਆ ਪਾ ਦੇ, ਮੈਂ ਕੁਟੀਆ ਦੇ ਵਿੱਚ ਹੀ ਰਹਿਣਾ ਚਾਹੁੰਦਾ ਹਾਂ। ਪਰ ਸਾਧ ਸੰਗਤ ਉਹ ਹੰਕਾਰੀ ਬੰਦਾ ਕਿੱਥੇ ਗੱਲ ਸੁਣਦਾ, ਉਹ ਨਹੀਂ ਗੱਲ ਸੁਣਦਾ। ਜਦੋਂ ਦੁਬਾਰਾ ਸਮਝਾਇਆ ਕਿ ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੁੰਡ ਬੁਲਾਏ, ਤੈਂ ਕਿਹੜਾ ਉਹ ਤੋਂ ਵੱਡੀ ਉਮਰ ਦਾ ਹੋ ਕੇ ਮਰਨਾ, ਕੋਈ ਪਤਾ ਹੀ ਨਹੀਂ ਕਦੋਂ ਸੰਸਾਰ ਤੋਂ ਰੁਖਸਤ ਹੋ ਜਾਣਾ, ਇਸ ਕਰਕੇ ਤੂੰ ਮੇਰੀ ਕੁਟੀਆ ਬਣਾ ਦੇ। ਕਹਿੰਦਾ ਜਾ ਓਏ ਸਾਦਾ, ਮੈਂ ਨਹੀਂ ਤੇਰੀ ਕੁਟੀਆ ਬਣਾਉਂਦਾ, ਜਾ ਚਲਿਆ ਜਾ ਜਿਹਦੇ ਕੋਲ ਜਾਣਾ, ਕਹਿ ਦੇ ਜਿਹਨੂੰ ਜਾ ਕੇ ਕਹਿਣਾ ਮੈਂ ਨਹੀਂ ਤੇਰੀ ਗੱਲ ਸੁਣਦਾ। ਦੋਨੋਂ ਹੱਥ ਜੋੜੇ ਪਰਮੇਸ਼ਰ ਦਾ ਧਿਆਨ ਧਰਿਆ, ਅੱਖਾਂ ਬੰਦ ਕਰਕੇ ਕਹਿੰਦੇ ਹਮਰੋ ਕਰਤਾ ਰਾਮ ਸਨੇਹੀ, ਮੈਂ ਕਿਹਦੇ ਕੋਲ ਜਾਣਾ, ਨਾ ਮੇਰਾ ਕੋਈ ਪੰਚ ਸਰਪੰਚ ਲੰਬੜਦਾਰ, ਨਾ ਮੇਰਾ ਕੋਈ ਪ੍ਰਧਾਨ ਸੈਕਟਰੀ, ਨਾ ਮੇਰਾ ਕੋਈ ਐਮਐਲਏ, ਨਾ ਮੇਰਾ ਕੋਈ ਸੀਐਮ ਪੀਐਮ, ਮੈਂ ਕਿਹਦੇ ਕੋਲ ਜਾਣਾ। ਹਮਰੋ ਕਰਤਾ ਰਾਮ ਸਨੇਹੀ, ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇਹੀ। ਕਾਹਦਾ ਮਾਣ ਕਰਦਾ। ਭਗਤ ਨਾਮਦੇਵ ਜੀ ਸਮਝਾਉਂਦੇ ਹਨ ਕਿ
ਕਿਹਦੇ ਵਾਸਤੇ ਏਡਾ ਵੱਡਾ ਮਹਿਲ ਬਣਾ ਲਿਆ ਤੂੰ? ਸਾਧੂਆਂ ਦੀ ਰਾਮ ਕੁਟੀਆ ਢਾ ਕੇ ਭਾਈ ਸੁਲੱਖਣ ਸਿੰਘ ਹੁੰਦੇ ਸਨ ਆਪਣੇ ਰਾੜਾ ਸਾਹਿਬ, ਰਸ ਪਿੰਨੀ ਆਵਾਜ਼, ਰਸ ਪਿੰਨਾ ਕੀਰਤਨ। ਪਤਾ ਕੀ ਕਹਿੰਦੇ ਹੁੰਦੇ? ਉਹ ਠੱਗੀ ਮਾਰ ਕੇ ਕੁਟੰਬ ਜਿਹੜਾ ਪਾਲਦਾ, ਦੇਖਾ ਦੇਣਾ ਤੇਰੀ ਜਾਨ ਨੇ। ਮਾਰ ਕੇ ਕੁਟੰਬ ਜਿਹੜਾ ਪਾਲਦਾ, ਲੇਖਾ ਦੇਣਾ ਤੇਰੀ ਜਾਨ ਨੇ। ਲੇਖਾ ਦੇਣਾ ਤੇਰੀ ਜਾਨ ਨੇ। ਠੱਗੀ ਬੋਲੋ। ਮਾਰ ਕੇ ਕੁਟੰਬ ਜਿਹੜਾ ਪਾਲਦਾ, ਕੁਟੰਬ ਜਿਹੜਾ ਦੇਖਾ ਦੇਣਾ ਤੇਰੀ ਜਾਨ ਨੇ। ਮਾਰ ਕੁਟੰਬ ਜਿਹੜਾ ਪਾਲਦਾ, ਦੇਖਾ ਦੇਣਾ ਤੇਰੀ ਜਾਨ ਨੇ। ਸਾਧ ਸੰਗਤ ਭਗਤ ਨਾਮਦੇਵ ਜੀ ਕਰਾਰੀਆਂ ਚੋਟਾਂ ਮਾਰ ਰਖੇ ਖਲ। ਕਾਖੇ ਰੇ ਨਰ ਗਰਭ ਕਰਤ ਕੋ ਬਿਨ ਸਜਾਏ ਝੂਠੀ ਦੇਗੀ। ਆ ਸਰੀਰ ਵਾਸਤੇ, ਆਪ ਦੇ ਵਾਸਤੇ ਸੁੱਖ ਸੁਵਿਧਾਵਾਂ, ਮੇਰੀ ਤੂੰ ਰਹਿਣ ਵਾਲੀ ਕੱਖਾਂ ਕਾਨਿਆਂ ਦੀ ਛਪਰੀ ਵੀ ਢਾ ਦਿੱਤੀ। ਬੜਾ ਸਮਝਾਇਆ, ਕਹਿੰਦਾ ਜਾ ਜਾ, ਮੇਰੇ ਤੇ ਤੇਰੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ। ਹੰਕਾਰੀ ਬੰਦਾ ਕੇਵਲ ਤੁਹਾਡੇ ਤੇ ਕਿੰਤੂ ਪ੍ਰੰਤੂ ਕਰ ਸਕਦਾ ਹੈ, ਤੁਹਾਡੇ ਤੇ ਸ਼ਰਧਾ ਨਹੀਂ ਬਣਾ ਸਕਦਾ। ਚਾਹੇ ਸੰਗਤ ਵਾਲੇ ਪਾਸੇ ਲੈ ਲਓ, ਚਾਹੇ ਰਿਸ਼ਤੇਦਾਰੀ ਵਾਲੇ ਪਾਸੇ ਲੈ ਲਓ। ਜਿਹੜਾ ਹੰਕਾਰ ਵਾਲਾ, ਕ੍ਰੋਧ ਵਾਲਾ ਬੰਦਾ, ਉਹਨੂੰ ਕਦੇ ਸ਼ਰਧਾ ਨਹੀਂ ਬਣਦੀ ਹੁੰਦੀ। ਉਹ ਕੇਵਲ ਤੋਂ ਕੇਵਲ ਤਰਕਵਾਦੀ ਰਹੇਗਾ, ਸ਼ੰਕਾਵਾਦੀ ਰਹੇਗਾ। ਜਦੋਂ ਤੱਕ ਉਹਨੂੰ ਸੋਝੀ ਆਉਂਦੀ, ਉਦੋਂ ਤੱਕ ਉਹਦੀ ਉਮਰ ਮੁੱਕ ਜਾਂਦੀ ਹੈ। ਸ਼ਰਧਾ ਕਦੋਂ ਬਣਨੀ? ਸਾਧ ਸੰਗਤ। ਫੇਰ ਸਮਝਾਇਆ ਭਗਤ ਜੀ ਮਹਾਰਾਜ ਨੇ, ਕਹਿੰਦੇ ਤੂੰ ਮੇਰੀ ਮੇਰੀ ਕਰਦਾ ਨਾ, ਮੇਰਾ ਮਹਿਲ, ਮੇਰਾ ਘਰ, ਮੇਰਾ ਮਕਾਨ, ਜਾਓ ਬਾਬਾ ਤੇਰੇ ਵਰਗੇ ਬਹੁਤ ਦੇਖੇ ਨੇ। ਕਹਿੰਦੇ ਸੁਣ ਲਾ, ਤੂੰ ਤਾਂ ਹੈ ਹੀ ਕੁਛ ਨਹੀਂ। ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ, ਦੇਖੀ ਗਿਰਜ ਨਾ ਖਾਈ। ਕਹਿੰਦੇ ਤੂੰ ਆਪ ਦੀਆਂ ਗੱਲਾਂ ਪਿਆ ਕਰਦਾ ਹੈ। ਦੁਰਜੋਧਨ ਵਰਗੇ ਰਾਜੇ ਸੰਸਾਰ ਤੇ ਹੋ ਕੇ ਚਲੇ ਗਏ, ਜਿਨ੍ਹਾਂ ਦੇ ਸਿਰ ਦੇ ਉੱਤੇ ਸੈਂਕੜੇ ਮੀਲਾਂ ਤੱਕ ਸੋਨੇ ਦੇ ਛਤਰ ਹੁੰਦੇ ਸਨ। ਜਦੋਂ ਇਹ ਲੰਘਦਾ ਹੁੰਦਾ ਨਾ, ਸਵਾਰੀ ਲੈ ਕੇ, ਰਥਾਂ ਤੇ ਸਵਾਰ ਹੋ ਕੇ, ਉਹਦੇ ਉੱਤੇ ਇੱਦਾਂ ਸੋਨੇ ਦੇ ਛਤਰਾਂ ਦੀ ਛਾਂ ਕੀਤੀ ਹੁੰਦੀ, ਉਹਦੇ ਹੀਠਾਂ ਦੀ ਲੰਘਿਆ ਕਰਦਾ। ਹੁਣ ਭਗਤ ਜੀ ਮਹਾਰਾਜ ਸਮਝਾਉਂਦੇ, ਕਹਿੰਦੇ ਮੇਰੀ ਮੇਰੀ ਕਹਿਰੋਂ ਕਰਤੇ ਦੁਰਜੋਧਨ ਸੇ ਭਾਈ। ਇੰਨੇ ਭਰਾ ਸੀ ਉਹ, 100 ਭਰਾ। ਸਾਧ ਸੰਗਤ, ਉਹਨਾਂ ਦੀ ਹਾਲਤ ਕੀ ਹੋਈ, ਦੁਰਦਸ਼ਾ ਕੀ ਹੋਈ ਉਹਨਾਂ ਦੀ। ਉਹਨੇ ਭਗਤੀ ਕੀਤੀ,
ਉਹਦੀ ਮਾਂ ਨੇ ਕੁੰਤੀ ਨੇ ਭਗਤੀ ਕੀਤੀ। ਕ੍ਰਿਸ਼ਨ ਦੇ ਕਹਿਣ ਤੇ ਉਹਦੇ ਅੱਗਿਓਂ ਦੀ ਲੰਘ ਗਿਆ ਵਸਤਰਹੀਣ ਹੋ ਕੇ। ਉਹਦਾ ਸਾਰੇ ਦਾ ਸਾਰਾ ਸਰੀਰ ਦੁਰਯੋਧਨ ਦਾ ਸਿਲ ਪੱਥਰ ਦਾ ਬਣ ਗਿਆ ਸੀ। ਸਾਧ ਸੰਗਤ, ਜਦੋਂ ਫਿਰ ਯੁੱਧ ਹੋਇਆ, ਮਹਾਭਾਰਤ ਯੁੱਧ ਹੋਇਆ, ਅਸੀਂ ਉਹ ਰਣ ਭੂਮੀ ਦੇਖ ਕੇ ਆਏ ਹਾਂ ਜਿੱਥੇ ਮਹਾਭਾਰਤ ਦਾ ਯੁੱਧ ਹੋਇਆ ਸੀ। ਸਾਧ ਸੰਗਤ, ਇਹਦਾ ਸਰੀਰ ਪੱਥਰ ਦਾ ਬਣਿਆ ਪਿਆ ਸੀ, ਬੱਜਰ ਦਾ। ਜਿਸ ਜਗ੍ਹਾ ਤੋਂ ਇਹਦਾ ਸਰੀਰ ਕੱਚਾ ਸੀ, ਭੀਮ ਨੇ ਗਦਾ ਮਾਰ ਮਾਰ ਕੇ ਇਹਨੂੰ ਮਾਰ ਦਿੱਤਾ ਸੀ। ਤੇ ਇਹਦਾ ਜਿਹੜਾ ਸਰੀਰ ਸੀ ਨਾ, ਬੱਜਰ ਦਾ, ਪੱਥਰ ਦਾ ਹੋਇਆ ਹੋਇਆ, ਮਿੱਟੀ ਘੱਟੇ ਦੇ ਵਿੱਚ ਇੰਨਾ ਜ਼ਿਆਦਾ ਖਰਾਬ ਹੋਇਆ, ਖੱਜਲ ਹੋਇਆ। ਇੱਲਾ ਨੇ ਵੀ, ਗਿਲਜਾਂ ਨੇ ਵੀ ਇਹਦਾ ਸਰੀਰ ਨਹੀਂ ਸੀ ਖਾਧਾ, ਇੰਨੀ ਦੁਰਦਸ਼ਾ ਹੋਈ। ਸਤਿਗੁਰੂ ਕਹਿੰਦੇ ਕਿ 12 ਜੋਜਨ ਛਤਰ ਚਲੈ ਥਾ, ਜਿਹਦੇ ਸਿਰ ਦੇ ਉੱਤੇ ਸੈਂਕੜੇ ਮੀਲਾਂ ਤੱਕ ਸੋਨੇ ਦੇ ਛਤਰ ਝੂਲਦੇ ਹੁੰਦੇ। ਅੱਜ ਉਹਦਾ ਸਰੀਰ ਆ ਰਣ ਭੂਮੀ ਦੇ ਵਿੱਚ ਰੁਲਦਾ ਹੈ। ਅੱਜ ਇਹਦੇ ਸਰੀਰ ਦੀ ਕੋਈ ਰੱਤੀ ਭਰ ਵੀ ਕਦਰ ਨਹੀਂ ਪੈ ਰਹੀ। ਸਾਧ ਸੰਗਤ, ਨੀਵੀਂ ਜੀ ਪਾਲੀ, ਨੀਵੀਂ ਜੀ ਪਾਲੀ ਇਸ ਬੰਦੇ ਨੇ, ਇਸ ਸ਼ਾਹੂਕਾਰ ਨੇ, ਜਿਨੇ ਭਗਤ ਜੀ ਮਹਾਰਾਜ ਦੀ ਕੁਟੀਆ ਢਾਹੀ ਸੀ। ਸਾਧ ਸੰਗਤ, ਭਗਤ ਜੀ ਫੇਰ ਬੜੇ ਪ੍ਰੇਮ ਦੇ ਨਾਲ ਸਮਝਾ ਰਹੇ ਹਨ, ਤੂੰ ਕਦੇ ਰੱਬ ਨਾਲ ਪਿਆਰ ਨਹੀਂ ਪਾਇਆ, ਪਰਮੇਸ਼ਰ ਦੇ ਨਾਲ ਪਿਆਰ ਨਹੀਂ ਪਾਇਆ। ਨੀਵੀਂ ਪਾਲੀ, ਅੱਖਾਂ 'ਚ ਹੰਝੂ ਆ ਗਏ ਸ਼ਾਹੂਕਾਰ ਦੇ, ਜਿਹੜਾ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ। ਭਗਤ ਜੀ ਮਹਾਰਾਜ ਕਹਿੰਦੇ, ਸੰਸਾਰ ਦਾ ਪਿਆਰ ਝੂਠਾ ਹੈ, ਸਤ ਕਰਤਾਰ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਸੱਚਾ ਹੈ। ਸੁਣ ਲਾ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਜੀ। ਹਾਂਜੀ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ, ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਜੀ। कहत है मेरो मेरो सब कहत है। हित स्यों बांध्यो चीज जगत में झूठी जी, झूठी देखी प्रीत जगत में झूठी जी। झूठी देखी प्रीत जगत में, ਅੱਗੇ ਹੋਰ ਪ੍ਰਮਾਣ ਦਿੱਤਾ ਗਿਆ, ਹੋਰ ਸਮਝਾ ਰਹੇ ਹਨ। ਇਹ ਪਾਪੀ ਹਿਰਦਾ ਬਹੁਤੀ ਵਾਰ ਨਹੀਂ ਝੁਕਦਾ ਹੁੰਦਾ, ਕਿਤੇ ਕਿਤੇ ਇਹਦੇ ਤੇ ਗਿਆਨ ਦਾ ਅਸਰ ਹੁੰਦਾ ਹੈ। ਸੁਣਦੇ ਤਾਂ ਆਪਾਂ ਰੋਜ਼ ਹੀ ਆ ਸਾਧ ਸੰਗਤ, ਲੋਕਾਂ ਦੇ ਘਰਾਂ ਵਿੱਚ ਕਥਾ ਚੱਲਦੀ ਹੈ, ਕਿੰਨੇ ਕੁ ਲੋਕ ਸੁਣਦੇ ਤੇ ਕਿੰਨੇ ਕੁ ਲੋਕ ਮੰਨਦੇ। ਕਈ ਵਾਰ ਕਿਸੇ ਕਿਸੇ ਨੂੰ ਸੁਣ ਕੇ ਮਨ ਕਰਦਾ ਵੀ ਆਹ ਬਚਨ ਤਾਂ ਸਾਰੇ ਮੰਨਣ ਵਾਲੇ ਨੇ, ਇਹਨਾਂ ਬਚਨਾਂ ਅਨੁਸਾਰ ਚੱਲਣਾ ਚਾਹੀਦਾ, ਇਹ ਸੱਚਾ ਬਚਨ ਹੈ। ਕਿਸੇ ਕਿਸੇ ਨੂੰ ਸੁਣ ਕੇ ਮਨ ਆਨੰਦਿਤ ਵੀ ਹੋ ਜਾਂਦਾ, ਵੈਰਾਗੀ ਵੀ ਹੋ ਜਾਂਦਾ। ਹੁਣ ਭਗਤ ਜੀ ਮਹਾਰਾਜ ਦੇ ਬਚਨ ਸੁਣ ਕੇ ਸ਼ਾਹੂਕਾਰ ਦਾ ਮਨ ਵੈਰਾਗੀ ਹੋ ਗਿਆ।
ਅੱਖਾਂ 'ਚ ਜਲ ਆ ਗਿਆ, ਨੇਤਰ ਸੇਜਲ ਨੇ। ਭਗਤ ਜੀ ਮਹਾਰਾਜ ਨੇ ਹੋਰ ਪ੍ਰਮਾਣ ਦਿੱਤੇ। ਮਹਾਰਾਜ ਕਹਿਣ ਲੱਗੇ, सर्व सोइन की लंका कोती रावण से अधिकाई, कहाँ पयो दर बंदी खाथी खिन में पई पराई। ओहो साध संगत कहते सर्व सोइन की लंका, किसी दे अकाउंट विच लख होएगा, किसी दे 10 लाख होएगा, किसी दे करोड़ हो जाएगा, किसी दी पूरी लंका, पूरे दा पूरा घर सोने का देखिया। एडे एडे भी संसार ते होके चले गए, एडे एडे लोग संसार ते जिदी पूरी लंका ही सोने दी। सर्व सोइन की लंका होती रावण से अधिकाई। ओ शाहूकारा की तू रावण तो भी तकड़ा हो गया। तू मेरी कुटिया ढाती, फकर फकीर दी नाम जपदा सी, रब रब करदा हुंदा सी मैं। तू मेरी कुटिया ढा के इतना बड़ा महल बना लिया। तू ढाकां ते हथ रख के हंकार ना कर। इतों पता किड्डे किड्डे होके चले गए। बाबा जी कहते हुंदे, ओहो तुसी बोलदे नहीं, बोलिया करो। मेरे 7 मिनट बाकी ने, ਆਪਾਂ 7 ਮਿੰਟਾਂ 'ਚ ਸਮਾਪਤੀ ਕਰ ਦੇਣੀ ਹੈ। ਬੋਲਿਓ ਜਰਾ। ਬਾਬਾ ਜੀ ਕਹਿੰਦੇ ਹੁੰਦੇ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਹਦੇ ਦਰ ਤੇ ਝੂਲਦੇ ਗਾਥੀ, ਜਿਹਦੇ ਦਰ ਤੇ ਝੂਲਦੇ ਹਾਥੀ ਲੱਦ ਗਏ ਨੇ ਰੌਣ ਵਰਗੇ ਪਿਆਰੇ, ਪਿਆਰੇ ਲੱਦ ਗਏ ਨੇ ਰੌਣ ਵਰਗੇ, ਜਿਹਦੇ ਦਰ ਤੇ प्यारे। करते झूल देगा ਸੰਗਤ ਇਸ ਤਰੀਕੇ ਦੇ ਨਾਲ ਸਮਝਾਇਆ ਗਿਆ। ਜਦੋਂ ਸਮਝਾ ਰਹੇ ਹਨ ਕਿ ਰਾਵਣ ਵਰਗੇ ਵੀ ਇੱਥੋਂ ਹੋ ਕੇ ਚਲੇ ਗਏ, ਜਿਹਦੀ ਸਰਬ ਸੋਇਨ ਕੀ ਲੰਕਾ, ਸਾਰੀ ਸੋਨੇ ਦੀ ਲੰਕਾ ਸੀ ਜਿਹਦੀ, ਉਦੋਂ ਵੱਡਾ ਤਾਂ ਨਹੀਂ ਤੂੰ, ਉਹ ਵੀ ਚਲਿਆ ਗਿਆ ਸੰਸਾਰ ਤੋਂ। ਜਿਹਦੇ ਕੋਲ ਇਹੋ ਜਿਹੇ
ਦੇਵੀ ਦੇਵਤੇ ਵਸ ਵਿੱਚ ਕੀਤੇ ਹੋਏ ਸਨ। ਸਾਧ ਸੰਗਤ 1 ਲੱਖ ਪੂਤ, 1.25 ਲੱਖ ਨਾਤੀ, ਇਤਨਾ ਵੱਡਾ ਉਹਦਾ ਪਰਿਵਾਰ ਸੀ। ਜਿਹਦੇ ਘਰ ਦੇ ਵਿੱਚ, ਜਿਹਦੇ ਮਹਿਲਾਂ ਦੇ ਵਿੱਚ, ਜਿਹਦੀ ਲੰਕਾ ਦੇ ਵਿੱਚ ਸਾਧ ਸੰਗਤ ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕੱਪੜੇ ਧੋਈ। ਐਡੇ ਵੱਡੇ ਸ਼ਕਤੀ ਭਗਤੀ ਦਾ ਮਾਲਕ, ਐਡੇ ਵੱਡੇ ਤਪ ਤੇਜ ਦਾ ਮਾਲਕ ਸੀ ਜਿਹੜਾ। ਸੂਰਜ ਤੇ ਚੰਦਰਮਾ ਜਿਹਦੀਆਂ ਰੋਟੀਆਂ ਪਕਾਉਣ ਨੂੰ ਰੱਖੇ ਹੋਏ ਸਨ। ਵੈਸੰਤਰ ਅਗਨ ਦੇਵਤਾ ਵਸਤਰ ਧੋਣ ਵਾਸਤੇ ਰੱਖਿਆ ਹੋਇਆ ਸੀ। ਉਹ ਵੀ ਸੰਸਾਰ ਤੇ ਨਹੀਂ ਰਹੇ। ਜਦੋਂ ਸਮਝਾਇਆ ਗਿਆ ਨਾ ਚੰਗੇ ਤਰੀਕੇ ਦੇ ਨਾਲ, ਫਿਰ ਸਾਧ ਸੰਗਤ ਪੌੜੀਆਂ ਉਤਰ ਕੇ ਥੱਲੇ ਆ ਗਿਆ। ਥੱਲੇ ਆ ਕੇ ਭਗਤ ਨਾਮਦੇਵ ਜੀ ਦੇ ਚਰਨਾਂ ਦੇ ਵਿੱਚ ਬੈਠ ਗਿਆ। ਭਗਤ ਨਾਮਦੇਵ ਜੀ ਦੇ ਚਰਨਾਂ ਵਿੱਚ ਬਹਿ ਕੇ ਗੱਲਾਂ ਕਰਦਾ ਹੁਣ ਵੀ ਮਹਾਰਾਜ ਮੈਨੂੰ ਤਾਂ ਹੰਕਾਰ ਹੀ ਬਹੁਤ ਹੈ। ਮੈਂ ਤਾਂ ਇੱਕ ਘਰ ਬਣਾ ਕੇ ਮਾਣ ਵਿੱਚ ਆ ਗਿਆ। ਮੈਂ ਸੋਚਿਆ ਕਿ ਮੇਰੀ ਰੀਸ ਕੌਣ ਕਰ ਲੂਗਾ, ਮੈਂ ਤਾਂ ਸਭ ਤੋਂ ਹੀ ਵੱਡਾ। ਕਹਿੰਦੇ ਆ ਜਾ ਤੈਨੂੰ ਹੋਰ ਦਸੀਏ, ਆ ਜਾ ਤੈਨੂੰ ਗਿਆਨ ਕਰਵਾਈਏ। ਇੱਕ ਦਿਨ ਭਗਵਾਨ ਕ੍ਰਿਸ਼ਨ ਦਾ ਪੁੱਤਰ ਆਪਣੇ ਸਾਥੀਆਂ ਦੇ ਨਾਲ ਖੇਡਦਾ, ਦੁਰਵਾਸਾ ਰਿਸ਼ੀ ਬੈਠੇ ਸਨ। ਉਹ ਰਿਸ਼ੀ ਜੀ ਦਾ ਮਖੌਲ ਉਡਾਉਣ ਵਾਸਤੇ ਆ ਗਿਆ। ਸਾਂਭ ਉਹਦਾ ਨਾਮ ਹੈ, ਸ਼ੰਭੂ ਵੀ ਲਿਖਿਆ ਹੈ। ਸਾਧ ਸੰਗਤ ਜਦੋਂ ਆਇਆ ਨਾ, ਕਿਸ ਤਰੀਕੇ ਨਾਲ ਇੱਕ ਲੜਕੇ ਦੇ ਪੇਟ ਦੇ ਉੱਪਰ ਕੱਪੜੇ ਬੰਨ੍ਹ ਕੇ, ਗੁੱਤਾਂ ਉਹਦੇ ਕਰਕੇ ਰਿਸ਼ੀ ਦੁਰਵਾਸਾ ਦੇ ਪਾਸ ਪਹੁੰਚ ਗਿਆ। ਆ ਕੇ ਰਿਸ਼ੀ ਨੂੰ ਬੇਨਤੀ ਕਰਦਾ। ਉਹ ਥੋੜਾ ਚਲਾਕ ਦਿਮਾਗ ਦਾ ਸੀ, ਸ਼ੰਭੂ ਕ੍ਰਿਸ਼ਨ ਦਾ ਮੁੰਡਾ। ਰਿਸ਼ੀ ਦੁਰਵਾਸਾ ਬਹੁਤ ਕ੍ਰੋਧ ਵਾਲੇ ਸਾਧੂ ਸੀ। ਕੋਲ ਜਾ ਕੇ ਕਹਿੰਦਾ ਜੀ ਮੈਂ ਬੇਨਤੀ ਕਰਨੀ ਚਾਹੁੰਦਾ, ਤੁਹਾਡੇ 'ਚ ਤਾਂ ਸ਼ਕਤੀਆਂ ਬਹੁਤ ਨੇ, ਕਿਰਪਾ ਕਰਕੇ ਦੱਸੋ ਇਹ ਲੜਕੀ ਦੇ ਪੇਟ ਤੋਂ ਕੌਣ ਜਨਮ ਲਏਗਾ। ਸੀ ਮੁੰਡਾ, ਉਹ ਮੁੰਡਾ ਸੀ। ਉਹਦੇ ਵਸਤਰ ਬੇਟੀਆਂ ਵਾਲੇ, ਕੁੜੀਆਂ ਵਾਲੇ ਪਾਏ ਹੋਏ ਸੀ। ਉਹ ਕਹਿੰਦਾ ਕਾਕਾ ਜਾਓ, ਜਾ ਕੇ ਖੇਡੋ। ਸਾਧੂ ਸੰਤਾਂ ਨੂੰ ਭਗਤੀ ਕਰਦਿਆਂ ਨੂੰ ਡਿਸਟਰਬ ਨਹੀਂ ਕਰੀਦਾ ਹੁੰਦਾ। ਤੁਸੀਂ ਖੇਡਦੇ ਹੋ, ਪਰਾਂ ਜਾ ਕੇ ਖੇਡੀ ਜਾਓ, ਮੇਰੀ ਭਗਤੀ ਵਿੱਚ ਭੰਗਣਾ ਨਾ ਪਾਓ। ਪਰ ਸਾਧ ਸੰਗਤ, ਜਿਹੜੇ ਲੋਕ ਸੰਤਾਂ ਦਾ ਸਤਿਕਾਰ ਨਹੀਂ ਕਰਦੇ, ਉਹ ਢਾਡੀ ਕਵੀਸ਼ਰ ਕਈ ਵਾਰ ਕਹਿੰਦੇ ਹੁੰਦੇ ਨੇ, ਰੱਬ ਨੂੰ ਵੀ ਮੰਨਣਾ ਪੈ ਜਾਂਦਾ ਕੀਤਾ ਅਰਦਾਸਾ। ਕਹਿੰਦੇ ਜੜਾਂ ਪੁੱਟ ਦਿੰਦੇ ਉਸ ਦੀਆਂ ਜਿਹੜਾ ਕਰੇ ਤਮਾਸ਼ਾ। ਸਾਧੂ ਜੇ ਕਿਤੇ ਆਪਣੀ ਮੌਜ ਵਿੱਚ ਆ ਕੇ ਅਰਦਾਸ ਕਰ ਦਵੇ, ਰੱਬ ਨੂੰ ਵੀ ਮੰਨਣਾ ਪੈਂਦਾ ਹੈ। ਰੱਬ ਵੀ ਮੰਨ ਜਾਂਦਾ ਹੈ। ਸਤ ਵਚਨ ਕਹਿ ਦਿੰਦਾ, ਮੇਰੀ ਬੰਦੀ ਭਗਤ ਛਡਾਵੈ। ਰੱਬ ਕਹਿੰਦਾ ਬੰਦੇ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧੈ, ਤੌਫਨ ਮੋਪੈ ਜਵਾਬ ਨਾ ਹੋਏ। ਭਗਤਾਂ ਦਾ ਦਰਜਾ ਬੜਾ ਉੱਚਾ ਤੇ ਸੁੱਚਾ ਹੈ। ਸਾਧ ਸੰਗਤ, ਉਹ ਕਹਿੰਦਾ ਜਾਓ, ਜਾ ਕੇ ਖੇਡੋ, ਪਰਾਂ ਹੋ ਜਾਓ ਮੇਰੇ ਤੋਂ। ਕਹਿੰਦੇ ਨਾ ਮਹਾਰਾਜ ਕਿਰਪਾ ਕਰਕੇ ਦੱਸੋ, ਤੁਹਾਡੇ 'ਚ ਤਾਂ ਸ਼ਕਤੀਆਂ ਬਹੁਤ ਹੈ, ਕਿਰਪਾ ਕਰਕੇ ਦੱਸੋ ਇਹਦੇ ਪੇਟ ਤੋਂ ਕੌਣ ਜਨਮ ਲਏਗਾ। ਗੁੱਸੇ ਵਿੱਚ ਆ ਕੇ ਦੁਰਵਾਸਾ ਕਹਿੰਦਾ ਕਾਕਾ, ਇਹਦੇ ਪੇਟ ਤੋਂ ਉਹ ਜਨਮ ਲਵੇਗਾ ਜਿਹੜਾ ਤੁਹਾਡੀ ਕੁੱਲ ਦਾ ਨਾਸ਼ ਕਰ ਦੂਗਾ। ਆਖੋ ਸਤਨਾਮ। ਤੁਹਾਡੀ ਪੂਰੀ ਦੀ ਪੂਰੀ ਕੁੱਲ ਖਤਮ ਹੋ ਜਾਵੇਗੀ। ਓਹੋ ਸਾਧ ਸੰਗਤ ਫਿਰ ਰੋਂਦੇ ਨੇ ਵੀ ਇਹ ਕੈਸਾ ਬਚਨ ਲੈ ਲਿਆ ਸੀ। ਕਿਉਂਕਿ ਆਪਾਂ ਤਾਂ ਸਾਧੂਆਂ ਦੀਆਂ ਖੁਸ਼ੀਆਂ ਲੈਣੀਆਂ ਹੁੰਦੀਆਂ। ਕਿੰਨੀ ਸੰਗਤ ਨੇ ਧੰਨ ਧੰਨ ਸ਼੍ਰੀ ਹਜ਼ੂਰ ਬਾਬਾ ਜੀ, ਸੰਤ ਬਾਬਾ ਸਾਧੂ ਸਿੰਘ ਜੀ ਮਹਾਰਾਜ ਕੈਲਿਆਂ ਵਾਲਿਆਂ ਦੀਆਂ ਖੁਸ਼ੀਆਂ ਲਈਆਂ। ਸਾਧ ਸੰਗਤ ਅੱਜ ਉਹਨਾਂ ਦੇ ਫੁੱਲਾਂ ਦੀ ਰਸਮ ਸੀ। ਕੱਲ ਮਹਾਰਾਜ ਜੀਆਂ ਦਾ ਦਾਹ ਸੰਸਕਾਰ ਸੀ। ਕਿੰਨੇ ਦਿਨ ਤੋਂ 3 ਦਿਨ ਤੋਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਸਨ। ਸਰੀਰ ਰੱਖਿਆ ਸੀ,
ਸੰਗਤਾਂ ਦਰਸ਼ਨ ਕਰ ਰਹੀਆਂ ਸਨ। ਕਿੰਨੀਆਂ ਸੰਗਤਾਂ ਨੇ ਮਹਾਰਾਜ ਜੀ ਦੇ ਚਰਨਾਂ 'ਚੋਂ ਨਾਮ ਸਿਮਰਨ ਭਜਨ ਬੰਦਗੀ ਦੀਆਂ ਦਾਤਾਂ ਲਈਆਂ। ਕਿੰਨੀਆਂ ਸੰਗਤਾਂ ਪ੍ਰੇਮ ਵਾਲੀਆਂ, ਜਿਹੜੀਆਂ ਸੰਤਾਂ ਦਾ ਸਤਿਕਾਰ ਕਰਨ ਵਾਲੀਆਂ, ਭਜਨ ਬੰਦਗੀ ਕਰਨ ਵਾਲੀਆਂ ਰੂਹਾਂ, ਸਾਧ ਸੰਗਤ ਲਾਈਨ ਨਹੀਂ ਸੀ ਟੁੱਟ ਰਹੀ। ਇੰਨੀਆਂ ਸੰਗਤਾਂ ਦੇ ਦਰਸ਼ਨ ਹੋ ਰਹੇ ਸਨ। ਉਹ ਤਾਂ ਐਸੇ ਸਾਧੂ, ਐਸੀ ਬੰਦਗੀ ਵਾਲੇ ਸਾਧੂ, ਉਹੇ ਜਿਹੇ ਸਾਧੂਆਂ ਨੂੰ ਆਪਣੇ ਪਿਤਾ ਕਹਿਣ ਨੂੰ ਮਨ ਕਰਦਾ। ਹੇ ਮਹਾਂਪੁਰਸ਼ੋ, ਤੁਸੀਂ ਕਿਤੇ ਸਾਨੂੰ ਅਡਾਪਟ ਕਰ ਲਓ ਕਿ ਹਾਏ ਸਾਡੇ ਨੇ, ਫਿਰ ਸਾਡਾ ਜਨਮ ਮਰਨ ਕੱਟਿਆ ਜਾਵੇਗਾ। ਅਸੀਂ ਸੰਸਾਰੀ ਪਿਤਾ ਦੀ ਯਾਦ ਵਿੱਚ ਬੈਠਿਆ, ਕਿੰਨਾ ਪਿਆਰ ਹੈ। ਪਰ ਜਿਹੜੇ ਸਾਧੂ ਹੁੰਦੇ ਹਨ, ਬੰਦਗੀ ਕਰਨ ਵਾਲੇ, ਭਜਨ ਸਿਮਰਨ ਕਰਨ ਵਾਲੇ, ਉਹ ਸਾਡੇ ਜਗਿਆਸੂਆਂ ਦੇ ਸਾਰਿਆਂ ਦੇ ਪਿਤਾ ਸਮਾਨ ਹੁੰਦੇ ਹਨ। ਇੱਕ ਪਿਤਾ ਤੇ ਸਾਡੇ ਬੱਚਿਆਂ ਨੇ ਇੱਕ ਕਵਿਤਾ ਲਿਖੀ 2-3 ਲਾਈਨਾਂ ਦੀ, ਉਹ ਸੁਣਿਓ, ਫਿਰ ਆਪਾਂ ਆਨੰਦ ਸਾਹਿਬ ਦਾ ਪਾਠ ਕਰ ਦਈਏ, ਕਿਉਂਕਿ 1:15 ਹੋ ਗਿਆ ਤੁਹਾਡੇ ਪਿੰਡ, 1:15 ਤੇ ਕਹਿੰਦੇ ਆਨੰਦ ਸਾਹਿਬ ਦਾ ਪਾਠ ਸ਼ੁਰੂ ਕਰ ਦਿੰਦੇ ਨੇ। ਸੋ ਸਾਧ ਸੰਗਤ ਆ ਸੁਣਿਓ, ਫਿਰ ਆਪਾਂ ਸਮਾਪਤੀ ਵਾਲੇ ਪਾਸੇ ਹੋਈਏ। ਮਸਲਾ ਤੋਂ ਇਹ ਲੋਕ ਪੁਰਾਣੇ ਹੱਥ ਦੇਰੀ, ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਫਸਲਾਂ ਤੋਂ ਇਹ ਲੋਕ ਪੁਰਾਣੇ ਹੱਥ ਦੇਰੀ, ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਸਭ ਤੋਂ ਉੱਚੀਆਂ ਸੰਗਤਾਂ ਯਾਰੋ ਬਾਪ ਦੀਆਂ, ਜਿਹਦੇ ਸਦਕੇ ਉਹ ਬਣਦੀਆਂ ਕਿਸਮਤਾਂ ਆਪਦੀਆਂ। ਸਭ ਤੋਂ ਉੱਚੀਆਂ ਸੰਗਤਾਂ ਯਾਰੋ ਬਾਪ ਦੀਆਂ, ਜਿਹਦੇ ਸਦਕੇ ਉਹ ਬਣਦੀਆਂ ਕਿਸਮਤਾਂ ਆਪਦੀਆਂ। ਬਾਵਲਾ ਕਰਕੇ ਹੋਰ ਸਹਾਰੇ ਲੱਭਦੇ ਨੀ, ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਮਾਂ ਪਿਓ ਆਖਣ ਸਾਰੇ ਜਗ ਤੋਂ ਚੰਗੇ ਨੇ। ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਮਾਂ ਪਿਓ ਆਖਣ ਸਾਰੇ ਜਗ ਤੋਂ ਚੰਗੇ ਨੇ। ਪੁੱਤਰਾਂ ਖਾਤਰ ਗੈਰ ਦੇ ਪਿੱਛੇ ਲੱਗਦੇ ਨੀ, ਤੁਰ ਜਾਵਣ ਜਦ ਬਾਪ ਤੇ ਮੁੜ ਕੇ
ਕਿਸੇ ਵੀ ਦੁੱਖ ਤੋਂ ਬਚਿਆ ਘੋੜੋ ਭਜਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਬਾਪ ਦੇ ਸਿਰ ਤੇ ਧੀਆਂ ਮੌਜਾਂ ਮਾਣਦੀਆਂ। ਬਾਪ ਮਰਨ ਦੇ ਪਾਪੀਆਂ ਵੀ ਨਹੀਂ ਜਾਣਦੀਆਂ। ਬਾਪ ਦੇ ਸਿਰ ਤੇ ਧੀਆਂ ਮੌਜਾਂ ਮਾਣਦੀਆਂ। ਬਾਪ ਮਰਨ ਦੇ ਪਾਪੀਆਂ ਵੀ ਨਹੀਂ ਜਾਣਦੀਆਂ। ਆਪਣੇ ਵੀਰ ਵੀ ਉਹਨਾਂ ਦੇ ਆਖੇ ਲੱਗਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਬਾਪ ਮਰਨ ਦੇ ਵਿਹੜੇ ਸੁੰਨੇ ਹੋ ਜਾਂਦੇ। ਜਾਂਦੇ ਜਾਂਦੇ ਖੁੱਲੇ ਬੂਹੇ ਟਹਿ ਜਾਂਦੇ। ਬਾਪ ਮਰਨ ਦੇ ਵਿਹੜੇ ਸੁੰਨੇ ਹੋ ਜਾਂਦੇ। ਜਾਂਦੇ ਜਾਂਦੇ ਖੁੱਲੇ ਬੂਹੇ ਟੋ ਜਾਂਦੇ। ਕਦੇ ਕਿਸੇ ਨੂੰ ਬਾਪ ਗਵਾਚੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਨਾਇਰ ਸਾਰੇ ਜਗ ਵਿੱਚ ਜਾ ਕੇ ਵੇਖ ਲਿਓ। ਨਜ਼ਰਾਂ ਦੇ ਵਿੱਚ ਨਜ਼ਰਾਂ ਪਾ ਕੇ ਵੇਖ ਲਿਓ। ਨਾਜ਼ਰ ਸਾਰੇ ਜਗ ਵਿੱਚ ਜਾ ਕੇ ਵੇਖ ਲਿਓ। ਨਜ਼ਰਾਂ ਦੇ ਵਿੱਚ ਨਜ਼ਰਾਂ ਪਾ ਕੇ ਵੇਖ ਲਿਓ। ਬਾਬਲਾ ਵਰਗੇ ਪਿਆਰ ਦਿਲਾਸੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਤੁਰ ਜਾਵਣ ਜਦ ਬਾਪ ਤੇ ਮੁੜ ਕੇ ਲੱਭਦੇ ਨੀ। ਸਾਧ ਸੰਗਤ ਉਦੋਂ ਹੀ ਪਤਾ ਲੱਗਦਾ ਜਦੋਂ ਪਿਤਾ ਮਾਤਾ ਸੰਸਾਰ ਤੋਂ ਚਲੇ ਜਾਂਦੇ ਹਨ। ਜਿੰਨੀ ਦੇਰ ਕੋਲ ਹੁੰਦੇ ਹਨ ਓਨੀ ਦੇਰ ਤਾਂ ਕਦੇ ਲੋੜ ਹੀ ਨਹੀਂ ਪੈਂਦੀ ਪਿਤਾ ਨੂੰ ਭਾਲਣ ਦੀ ਜਾਂ ਲੱਭਣ ਦੀ। ਜਦੋਂ ਪਿਤਾ ਤੇ ਮਾਤਾ ਚਲੇ ਜਾਣ ਫੇਰ ਬਸ ਓਹੋ। ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣਾ। ਨੀ ਮਾਣ ਜਿੰਦੇ ਕਿਹੜੀ ਗੱਲ ਦਾ। ਕਿੱਥੋਂ ਆਈ ਐ ਪਤਾ ਨਹੀਂ ਕਿੱਥੇ ਜਾਣਾ। ਮਾਣ ਜਿੰਦੇ ਕਿਹੜੀ ਗੱਲ ਦਾ। ਕਰਨੇ ਕੀ ਛੱਡ ਐਵੇਂ ਮਾਇਆ ਦੇ ਜੰਜਾਲ ਨੀ। ਕਰਨੇ ਕੀ ਛੱਡ ਐਵੇਂ ਮਾਇਆ ਦੇ ਜੰਜਾਲ ਨੀ। ਕਰਨੇ ਕੀ ਉਹ ਵੀ ਤੁਰ ਗਏ ਨੇ ਇਤੋਂ ਜਿਹਨੇ ਬੰਨਿਆ ਸੀ ਕਾਲ ਨੀ। ਉਹ ਵੀ ਤੁਰ ਗਏ ਨੇ ਇਥੋਂ ਜਿਹਨੇ ਬੰਨਿਆ ਸੀ ਕਾਲ ਨੀ। ਜਿਹਨੇ ਬੰਨਿਆ ਸੀ ਕਾਲ ਨੀ। ਕਦੋਂ ਆ ਗਿਆ ਬੁਲਾਵਾ ਤੁਰ ਜਾਣਾ। ਪਤਾ ਨਹੀਂ ਇੱਥੇ ਅੱਜ ਕੱਲ ਦਾ। ਇੱਥੋਂ ਆਈਆਂ ਪਤਾ ਨਹੀਂ ਕਿੱਥੇ ਜਾਣਾ। ਮਾਣ ਜਿੰਦੇ ਕਿਹੜੀ ਗੱਲ ਦਾ।
ਝੂਠੇ ਸਭ ਸਾਕ ਇੱਥੇ ਝੂਠੀਆਂ ਹੀ ਰੀਤਾਂ ਨੀ, ਝੂਠੇ ਸਭ ਸਾਕ ਇੱਥੇ ਝੂਠੀਆਂ ਹੀ ਰੀਤਾਂ ਨੀ। ਸੱਚੇ ਗੁਰਾਂ ਨਾਲ ਪਾਲੈ ਸੱਚੀਆਂ ਪ੍ਰੀਤਾਂ ਨੀ, ਸੱਚੇ ਗੁਰਾਂ ਨਾਲ ਪਾਲੈ ਸੱਚੀਆਂ ਪ੍ਰੀਤਾਂ ਨੀ। ਕਦੋਂ ਆਣ ਕੇ ਜਮਾਨੇ ਤੈਨੂੰ ਘੇਰਨਾ, ਨੀ ਗੁਣਾ ਉਤੇ ਕੋਈ ਬਲਦਾ। ਕਦੋਂ ਆਣ ਕੇ ਜਮਾਨੇ ਤੈਨੂੰ ਘੇਰਨਾ, ਨੀ ਹੋਣਾ ਕੋਈ ਤੇਰੇ ਵੱਲ ਦਾ। ਕਿੱਥੋਂ ਆਈਆਂ ਪਤਾ ਨੀ, ਕਿੱਥੋਂ ਆਈਆਂ ਪਤਾ ਨੀ ਕਿੱਥੇ ਜਾਣਾ। ਮਾਣ ਜਿੰਦੇ ਕਿਹੜੀ ਗੱਲ ਦਾ। ਕਿੱਥੋਂ ਮਿੱਟੀ ਨਾਲ ਮਿੱਟੀ ਨੀ ਤੂੰ ਹੋ ਜਾਣਾ ਅਖੀਰ ਨੂੰ, ਮਿੱਟੀ ਨਾਲ ਮਿੱਟੀ ਨੀ ਤੂੰ ਹੋ ਜਾਣਾ ਅਖੀਰ ਨੂੰ। ਸੱਚੀਆਂ ਹੀ ਗੱਲਾਂ ਸਦਾ ਲਿਖੇ ਲਖਵੀਰ ਨੀ, ਸੱਚੀਆਂ ਹੀ ਗੱਲਾਂ ਲਿਖੇ ਲਖਵੀਰ ਨੀ। ਸਦਾ ਇਹ ਨਾ ਸੋਚ ਲਈ ਕੋਈ ਨੀ ਤੈਨੂੰ ਵੇਖਦਾ, ਉਹ ਹਿਸਾਬ ਰੱਖੇ ਪਲ ਪਲ ਦਾ। ਕਿੱਥੋਂ ਆਈਆਂ ਪਤਾ ਨੀ ਕਿੱਥੇ ਜਾਣਾ, ਮਾਣ ਜਿੰਦੇ ਕਿਹੜੀ ਗੱਲ ਦਾ। ਉਹ ਕਿੱਥੋਂ ਆਈ ਐ ਪਤਾ ਨੀ ਕਿੱਥੇ ਜਾਣਾ। ਇਸ ਕਰਕੇ ਸਾਧ ਸੰਗਤ ਸਾਡਾ ਕੋਈ ਪਤਾ ਨਹੀਂ ਕਦੋਂ ਅਕਾਲ ਪੁਰਖ ਦਾ ਸੁਨੇਹਾ ਆ ਜਾਣਾ ਹੈ, ਕਦੋਂ ਅਸੀਂ ਸੰਸਾਰ ਤੋਂ ਕੂਚ ਕਰ ਜਾਣਾ ਹੈ। ਇਹਨਾਂ ਗੱਲਾਂ ਨੂੰ ਸੁਣ ਕੇ ਸ਼ਾਹੂਕਾਰ ਭਗਤ ਨਾਮਦੇਵ ਜੀ ਦਾ ਚਰਨ ਸੇਵਕ ਬਣ ਗਿਆ। ਫਿਰ ਭਗਤ ਨਾਮਦੇਵ ਜੀ ਨੂੰ ਆਪਣੇ ਘਰੇ ਨਿਮੰਤਰਣ ਦਿੰਦਾ, ਇੱਥੇ ਰਹੋ। ਪਰ ਭਗਤ ਜੀ ਨੂੰ ਉਹਨੇ ਫਿਰ ਕੁਟੀਆ ਬਣਾ ਕੇ ਦਿੱਤੀ, ਉੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ। ਸੋ ਸਾਧ ਸੰਗਤ ਇਹ ਰਹਿਣ ਬਸੇਰਾ ਛੱਡ ਕੇ ਇੱਕ ਦਿਨ ਸਭ ਨੇ ਚਲੇ ਜਾਣਾ ਹੈ। ਸਾਡੇ ਅਤੀ ਸਤਿਕਾਰਯੋਗ ਮਾਸੜ ਜੀ ਚਲੇ ਗਏ ਹਨ, ਬਾਬਾ ਸਿੰਘ ਜੀ। ਆਪਾਂ ਨੇ ਵੀ ਰਹਿਣਾ ਨਹੀਂ, ਇਸ ਕਰਕੇ ਬੰਦਗੀ ਕਰਨੀ ਚਾਹੀਦੀ, ਨਿਤਨੇਮ ਕਰਨਾ ਚਾਹੀਦਾ। ਬਾਣੀ ਬਾਣੇ ਦੇ ਧਾਰਨੀ, ਨਿਤਨੇਮ ਦੇ ਧਾਰਨੀ, ਅੰਮ੍ਰਿਤ ਦੇ ਧਾਰਨੀ, ਅੰਮ੍ਰਿਤ ਵੇਲੇ ਦੇ ਧਾਰਨੀ ਹੋਣਾ ਚਾਹੀਦਾ ਹੈ। ਸਾਧ ਸੰਗਤ ਸਾਰੀਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ। ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਜੀ ਭਰਪੂਰ ਸਿੰਘ ਆਏ ਹਨ, ਉਹਨਾਂ ਦਾ ਵੀ ਧੰਨਵਾਦ। ਬਾਬਾ ਜੀ ਜਸਪਾਲ ਸਿੰਘ ਹੋਣੀ, ਉਹਨਾਂ ਨੇ ਕਿਸੇ ਜ਼ਰੂਰੀ ਰੁਝੇਵੇਂ ਵਿੱਚ ਜਾਣਾ ਸੀ, ਸੋ ਸਾਡੀ ਡਿਊਟੀ ਲਗਾਈ। ਬਾਬਾ ਜਸਪਾਲ ਸਿੰਘ ਜੀ ਇੱਥੇ ਬੁਰਜ ਲਿਟਾਂ ਵਾਲੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਸਾਰੇ ਪਰਿਵਾਰ ਦਾ ਧੰਨਵਾਦ ਹੈ। ਬੋਲਦਿਆਂ ਵਿਚਾਰਾਂ ਕਰਦਿਆਂ ਅਨੇਕਾਂ ਹੋਈਆਂ ਗਲਤੀਆਂ ਮਾਫ ਕਰਨੀਆਂ। ਅਸੀਂ ਆਪ ਜੀ ਤੋਂ ਖਿਮਾ ਦੀ ਜਾਚਕ ਹਾਂ। ਵੈਸੇ ਮੈਂ ਕਦੇ ਅਰਦਾਸ ਤੋਂ ਪਹਿਲਾਂ ਗਿਆ ਨਹੀਂ, ਪਰ ਸੰਤ ਸਮਾਗਮ ਚੱਲ ਰਿਹਾ ਹੈ, ਕੁੰਬੜਵਾਲ ਨਗਰ ਹੈ ਧੂਰੀ, ਅਸੀਂ ਜਾ ਕੇ ਉੱਥੇ ਸਮਾਪਤੀ ਕਰਨੀ ਹੈ। ਜੇ ਸੰਗਤਾਂ ਦੀ ਗੁਰੂ ਮਹਾਰਾਜ ਦੀ ਆਗਿਆ ਹੋਵੇ ਤਾਂ ਸਾਨੂੰ ਜਾਣ ਦੀ ਆਗਿਆ ਜ਼ਰੂਰ ਦੇ ਦਿਓ ਜੀ। ਅਸੀਂ ਅਰਦਾਸ ਵਿੱਚ ਨਹੀਂ ਖੜ ਸਕਦੇ, ਮਾਫੀ ਚਾਹੁੰਦੇ ਹਾਂ। ਉੱਥੇ ਵੀ ਆਪ ਜੈਸੀਆਂ ਹੀ ਸੰਗਤਾਂ ਹਨ, ਪਰ ਮੈਂ ਕਦੇ ਗਿਆ ਨਹੀਂ, ਕਿਉਂਕਿ ਮੈਂ ਪਹਿਲੇ 11 ਤੋਂ 12 ਟਾਈਮ ਲਾ ਕੇ ਜਾਣਾ ਸੀ। ਸੋ ਬਾਬਾ ਜੀ ਗਏ ਹਨ, ਇਸ ਕਰਕੇ ਆਪਾਂ ਨੇ ਹਾਜ਼ਰੀ ਭਰੀ। ਬੋਲਦੇ ਵਿਚਾਰਦਿਆਂ ਹੋਈਆਂ ਗਲਤੀਆਂ ਮਾਫ।
ਆਨੰਦ ਸਾਹਿਬ ਵਿੱਚ ਸਾਥ ਦਿਓ ਭਾਈ। ਅਰਦਾਸ ਕਰਿਓ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸੱਚੇ ਪਾਤਸ਼ਾਹ ਜੀ। ਰਾਮ ਕਲੀ ਮਗਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਕੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਠੀਕ ਹੈ ਜੀ। ਚੱਲ